ਬੁੱਧ ਜੀਵਨ ਅਤੇ ਸਿੱਖਿਆਵਾਂ ਗਰੁੱਪ ਦੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਜੈ ਭੀਮ, ਜੈ ਪੂਰਵ ਭਾਰਤ। ਆਪ ਸਭ ਦਾ ਧੰਨ ਬੰਧੂ ਦੇਵ ਸੁਮਨ ਇੰਗਲੈਂਡ ਗਰੁੱਪ ਦੇ ਬਹੁਤ ਸਾਰੇ ਸੂਝਵਾਨ ਸਾਥੀਆਂ ਦੇ ਬਹੁਤ ਹੀ ਗਿਆਨ ਭਰਪੂਰ ਵਿਚਾਰ ਸੁਣਨ ਨੂੰ ਮਿਲ ਰਹੇ ਹਨ। ਮਨ ਆਨੰਦਿਤ ਹੋਇਆ। ਸਾਰੇ ਹੀ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਫਿਰ ਜੁੜਦੇ ਹਾਂ ਪਰਮ ਪੂਜਯ ਬੋਧੀ ਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਲਿਖੇ ਗਏ ਧੰਮ ਗ੍ਰੰਥ ਬੁੱਧ ਅਤੇ ਉਹਨਾਂ ਦੇ ਧੰਮ ਦੇ ਨਾਲ। ਪਿਛਲੀਆਂ ਪੋਸਟਾਂ ਵਿੱਚ ਤਥਾਗਤ ਭਗਵਾਨ ਬੁੱਧ ਦੁਆਰਾ ਗ੍ਰਸਤੀਆਂ ਦੇ ਸੁਖੀ ਜੀਵਨ ਬਾਰੇ ਜੋ ਧੰਮ ਉਪਦੇਸ਼ ਦਿੱਤੇ ਸਨ, ਉਸ ਬਾਰੇ ਆਪ ਸਭ ਨਾਲ ਵਿਚਾਰ ਸਾਂਝੇ ਕੀਤੇ ਸਨ। ਹੁਣ ਆਪਾਂ ਨਿਰਵਾਣ ਬਾਰੇ ਤਥਾਗਤ ਬੁੱਧ ਜੀ ਨੇ ਜੋ ਧੰਮ ਪ੍ਰਵਚਨ ਦਿੱਤੇ ਸਨ, ਉਸ ਉੱਤੇ ਵਿਚਾਰ ਕਰਾਂਗੇ। ਨਿਰਵਾਣ ਕੀ ਹੈ? ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਲਿਖਦੇ ਹਨ ਕਿ ਇੱਕ ਸਮੇਂ ਤਥਾਗਤ ਭਗਵਾਨ ਬੁੱਧ ਸਰਾਵਸਤੀ ਵਿਖੇ ਅਨਾਥ ਪਿੰਡਕ ਦੁਆਰਾ ਦਾਨ ਕੀਤੇ ਹੋਏ ਜੇਤਵਾਨ ਬੁੱਧ ਵਿਹਾਰ ਵਿੱਚ ਠਹਿਰੇ ਹੋਏ ਸਨ। ਉਹਨਾਂ ਦਾ ਧੰਮ ਸੈਨਾਪਤੀ ਬੰਤੇ ਸਾਰੀਪੁੱਤ ਵੀ ਉਹਨਾਂ ਪਾਸ ਠਹਿਰਿਆ ਹੋਇਆ ਸੀ। ਤਦ ਤਥਾਗਤ ਭਗਵਾਨ ਬੁੱਧ ਨੇ ਭਿੱਖੂਆਂ ਨੂੰ ਸੰਬੋਧਨ ਕਰਕੇ ਕਿਹਾ, ਭਿੱਖੂਓ, ਤੁਹਾਨੂੰ ਧੰਮ ਦੇ ਵਾਰਿਸ ਬਣਨਾ ਚਾਹੀਦਾ ਹੈ, ਭੌਤਿਕ ਵਸਤੂਆਂ ਦਾ ਨਹੀਂ। ਮੇਰੇ ਮਨ ਵਿੱਚ ਤੁਹਾਡੇ ਸਾਰਿਆਂ ਵਾਸਤੇ ਅਨੁਕੰਪਾ ਹੈ, ਇਸ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਹਾਂ। ਇਸ ਤਰ੍ਹਾਂ ਭਿੱਖੂਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਤਥਾਗਤ ਭਗਵਾਨ ਬੁੱਧ ਆਪਣੀ ਆਰਾਮ ਕੁਟੀਆ ਵਿੱਚ ਚਲੇ ਜਾਂਦੇ ਹਨ। ਤਦ ਧੰਮ ਸੈਨਾਪਤੀ ਭੰਤੇ ਸਾਰੀਪੁੱਤ ਪਿੱਛੇ ਭਿੱਖੂਆਂ ਪਾਸ ਬੈਠੇ ਰਹੇ। ਤਦ ਭਿੱਖੂਆਂ ਨੇ ਭੰਤੇ ਸਾਰੀਪੁੱਤ ਨੂੰ ਬੇਨਤੀ ਕੀਤੀ ਕਿ ਸਾਨੂੰ ਨਿਰਵਾਣ ਬਾਰੇ ਦੱਸੋ ਜੀ। ਨਿਰਵਾਣ ਕੀ ਹੈ? ਤਦ ਭੰਤੇ ਸਾਰੀਪੁੱਤ ਜੀ ਨੇ ਭਿੱਖੂਆਂ ਨੂੰ ਸੰਬੋਧਿਤ ਕੀਤਾ ਅਤੇ ਕਿਹਾ, ਭਿੱਖੂਓ, ਤੁਸੀਂ ਜਾਣਦੇ ਹੋ ਕਿ ਲੋਭ ਬੁਰਾ ਧੰਮ ਹੈ, ਈਰਖਾ ਬੁਰਾ ਧੰਮ ਹੈ। ਇਸ ਲੋਭ ਅਤੇ ਈਰਖਾ ਤੋਂ ਮੁਕਤੀ ਪ੍ਰਾਪਤ ਕਰਕੇ ਸਾਨੂੰ ਮੁਕਤੀ ਲਾਭ ਦੀ ਪ੍ਰਾਪਤੀ ਹੁੰਦੀ ਹੈ। ਇਹੀ ਸ਼ੁੱਧ ਮਾਰਗ ਹੈ ਜਿਹੜਾ ਸਾਨੂੰ ਗਿਆਨ ਦੇਣ ਵਾਲਾ ਹੈ, ਸ਼ਾਂਤੀ ਪ੍ਰਗਿਆ ਦੇਣ ਵਾਲਾ ਹੈ, ਨਿਰਵਾਣ ਵੱਲ ਲੈ ਜਾਣ ਵਾਲਾ ਹੈ। ਇਹੀ ਸ਼ੁੱਧ ਮਾਰਗ ਹੈ, ਮੱਧਮ ਮਾਰਗ ਹੈ। ਮੱਧਮ ਮਾਰਗ ਕੀ ਹੈ? ਜਾਣੀ ਕਿ ਮਿਡਲ ਪਾਥ ਕੀ ਹੈ? ਭਿੱਖੂਓ, ਇਹ ਅਸ਼ਟੰਗਿਕ ਮਾਰਗ ਹੀ ਮੱਧਮ ਮਾਰਗ ਹੈ। ਇਹੀ ਸਮਯਕ ਨਜ਼ਰ, ਸਹੀ ਸਮਝ ਹੈ, ਰਾਈਟ ਅੰਡਰਸਟੈਂਡਿੰਗ ਹੈ। ਇਹੀ ਸਮਯਕ ਸੰਕਲਪ ਜਾਣੀ ਕਿ ਸਹੀ ਇਰਾਦਾ, ਸਹੀ ਵਿਚਾਰ ਹੈ, ਰਾਈਟ ਥੋਟਸ ਹੈ। ਸਮਯਕ ਬਾਣੀ ਹੈ, ਸਹੀ ਬਾਣੀ ਹੈ, ਰਾਈਟ ਸਪੀਚ ਹੈ। ਸਮਯਕ ਕੰਮ, ਰਾਈਟ ਐਕਸ਼ਨਸ। ਸਮਯਕ ਕਮਾਈ, ਸਹੀ ਕਮਾਈ, ਰਾਈਟ ਲਾਈਵਲੀਹੁੱਡ। ਸਮਯਕ ਯਤਨ ਜਾਣੀ ਕਿ ਚਿੱਤ ਦੀ ਸਾਧਨਾ, ਰਾਈਟ ਐਫਰਟਸ। ਸਮਯਕ ਸਮ੍ਰਿਤੀ, ਸਹੀ ਜਾਗਰੂਕਤਾ ਜਾਣੀ ਕਿ ਰਾਈਟ ਮਾਈਂਡਫੁਲਨੈਸ। ਸਮਯਕ ਸਮਾਧੀ, ਸਹੀ ਸਮਾਧੀ, ਰਾਈਟ ਕੌਨਸੈਂਟਰੇਸ਼ਨ। ਭਿੱਖੂਓ, ਇਹੀ ਮੱਧਮ ਮਾਰਗ ਹੈ, ਇਹੀ ਸ਼ੁੱਧ ਮਾਰਗ ਹੈ। ਭੰਤੇ ਸਾਰੀਪੁੱਤ ਅੱਗੇ ਸਮਝਾਉਂਦੇ ਹਨ, ਹੇ ਭਿੱਖੂਓ, ਕ੍ਰੋਧ ਬੁਰਾ ਧੰਮ ਹੈ, ਈਰਖਾ ਬੁਰਾ ਧੰਮ ਹੈ, ਵਿਰੋਧੀ ਭਾਵ ਬੁਰਾ ਧੰਮ ਹੈ, ਕੰਜੂਸੀ ਅਤੇ ਲਾਲਚ ਬੁਰਾ ਧੰਮ ਹੈ, ਪਖੰਡ ਅਤੇ ਠੱਗੀ ਬੁਰਾ ਧੰਮ ਹੈ, ਘਮੰਡ ਹੰਕਾਰ ਬੁਰਾ ਧੰਮ ਹੈ, ਆਲਸਪੁਣਾ ਬੁਰਾ ਧੰਮ ਹੈ। ਇਹਨਾਂ ਸਾਰੇ ਬੁਰੇ ਕੰਮਾਂ ਦੇ ਤਿਆਗ ਵਾਸਤੇ ਇਹ ਮੱਧਮ ਮਾਰਗ ਅਸ਼ਟਾਂਗਿਕ ਮਾਰਗ ਹੈ ਜੋ ਗਿਆਨ ਦੇਣ ਵਾਲਾ ਹੈ, ਸ਼ਾਂਤੀ ਪ੍ਰਗਿਆ ਅਤੇ ਨਿਰਵਾਣ ਵੱਲ ਲਿਜਾਣ ਵਾਲਾ ਹੈ। ਹੇ ਭਿੱਖੂਓ, ਆਰੀਆ ਅਸ਼ਟਾਂਗਿਕ ਮਾਰਗ ਦਾ ਹੀ ਦੂਜਾ ਨਾਮ ਨਿਰਵਾਣ ਹੈ। ਭੰਤੇ ਸਾਰੀਪੁੱਤ ਜੀ ਦੇ ਨਿਰਵਾਣ ਬਾਰੇ ਇਹ ਧੰਮ ਉਪਦੇਸ਼ ਸੁਣੇ ਤਾਂ ਸਾਰੇ ਭਿੱਖੂ ਸੰਤੁਸ਼ਟ ਹੋ ਗਏ। ਖੁਸ਼ ਹੋ ਕੇ ਸਭ ਇੱਕ ਆਵਾਜ਼ ਵਿੱਚ ਕਹਿਣ ਲੱਗੇ, ਸਾਧੂ ਸਾਧੂ ਸਾਧੂ। ਸਾਥੀਓ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਤਥਾਗਤ ਭਗਵਾਨ ਬੁੱਧ ਅਨੁਸਾਰ ਅਸ਼ਟਾਂਗਿਕ ਮਾਰਗ ਹੀ ਮੁਕਤੀ ਮਾਰਗ ਹੈ, ਜਾਂ ਨਿਰਵਾਣ ਹੈ, ਜੋ ਕਿ ਅਸੀਂ ਇਸੇ ਜੀਵਨ ਵਿੱਚ ਅਸ਼ਟਾਂਗਿਕ ਮਾਰਗ ਉੱਤੇ ਚੱਲ ਕੇ ਤ੍ਰਿਸ਼ਨਾਵਾਂ ਦਾ ਤਿਆਗ ਕਰਕੇ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅੱਗੇ ਲਿਖਦੇ ਹਨ, ਨਿਰਵਾਣ ਦਾ ਮੂਲ ਕੀ ਹੈ? ਇੱਕ ਸਮੇਂ ਤਥਾਗਤ ਭਗਵਾਨ ਬੁੱਧ ਪਾਸ ਇੱਕ ਭਿੱਖੂ ਜਿਸ ਦਾ ਨਾਂ ਰਾਧ ਸੀ ਆਇਆ ਅਤੇ ਬੰਦਨਾ ਕੀਤੀ। ਇੱਕ ਪਾਸੇ ਬੈਠ ਕੇ ਬੇਨਤੀ ਕੀਤੀ, ਹੇ ਤਥਾਗਤ, ਨਿਰਵਾਣ ਦਾ ਕੀ ਮਤਲਬ ਹੈ?
ਤਾਂ ਤਥਾਗਤ ਭਗਵਾਨ ਬੁੱਧ ਨੇ ਜਵਾਬ ਦਿੱਤਾ, ਨਿਰਵਾਣ ਦਾ ਮਤਲਬ ਹੈ ਰਾਗ ਦਵੇਸ਼ ਮੋਹ ਤੋਂ ਮੁਕਤੀ ਪ੍ਰਾਪਤ ਕਰਨਾ। हे ਤਥਾਗਤ, ਨਿਰਵਾਣ ਦਾ ਮਨੋਰਥ ਕੀ ਹੈ? ਤਦ ਤਥਾਗਤ ਭਗਵਾਨ ਬੁੱਧ ਨੇ ਕਿਹਾ, हे ਰਾਧ, ਚੰਗਾ ਅਤੇ ਪਵਿੱਤਰ ਜੀਵਨ ਨਿਰਵਾਣ ਦੇ ਸਹਾਰੇ ਹੈ। ਨਿਰਵਾਣ ਹੀ ਅਸਲੀ ਨਿਸ਼ਾਨਾ ਹੈ। ਨਿਰਵਾਣ ਹੀ ਮਨੋਰਥ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅੱਗੇ ਲਿਖਦੇ ਹਨ ਕਿ ਤਥਾਗਤ ਭਗਵਾਨ ਬੁੱਧ ਸੱਚੇ ਧੰਮ ਸੰਬੰਧੀ ਉਪਦੇਸ਼ ਦਿੰਦੇ ਹਨ ਕਿ ਤਥਾਗਤ ਬੁੱਧ ਸਮਿਅਕ ਦ੍ਰਿਸ਼ਟੀ ਜਾਂ ਸਮਿਅਕ ਨਜ਼ਰ, ਸਹੀ ਸਮਝ ਨੂੰ ਪਹਿਲਾ ਦਰਜਾ ਕਿਉਂ ਦਿੰਦੇ ਹਨ। ਮਤਲਬ ਕਿ ਅਸ਼ਟਾਂਗਿਕ ਮਾਰਗ ਵਿੱਚ ਸਭ ਤੋਂ ਪਹਿਲਾ ਦਰਜਾ ਸਮਿਅਕ ਦ੍ਰਿਸ਼ਟੀ, ਸਮਿਅਕ ਨਜ਼ਰ ਜਾਂ ਰਾਈਟ ਅੰਡਰਸਟੈਂਡਿੰਗ, ਸਹੀ ਸਮਝ ਕਿਉਂ ਹੈ। ਤਥਾਗਤ ਭਗਵਾਨ ਬੁੱਧ ਅਨੁਸਾਰ ਆਰੀਆ ਅਸ਼ਟਾਂਗਿਕ ਮਾਰਗ ਵਿੱਚ ਸਮਿਅਕ ਦ੍ਰਿਸ਼ਟੀ, ਸਹੀ ਸਮਝ ਸਭ ਤੋਂ ਉੱਤਮ ਹੈ। ਸਹੀ ਸਮਝ ਜਾਂ ਸਮਿਅਕ ਦ੍ਰਿਸ਼ਟੀ ਚੰਗੇ ਜੀਵਨ ਦੀ ਹਰੇਕ ਗੱਲ ਦਾ ਮੁੱਖ ਕੇਂਦਰ ਹੈ। ਸਹੀ ਸਮਝ, ਸਮਿਅਕ ਦ੍ਰਿਸ਼ਟੀ ਜਾਂ ਰਾਈਟ ਅੰਡਰਸਟੈਂਡਿੰਗ ਦਾ ਨਾ ਹੋਣਾ ਹੀ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ। ਸਮਿਅਕ ਦ੍ਰਿਸ਼ਟੀ ਜਾਂ ਸਹੀ ਸਮਝ, ਰਾਈਟ ਅੰਡਰਸਟੈਂਡਿੰਗ ਦੇ ਵਿਕਾਸ ਲਈ ਜ਼ਰੂਰੀ ਹੈ ਕਿ ਆਦਮੀ ਜੀਵਨ ਦੀ ਹਰ ਗਤੀਵਿਧੀ ਨੂੰ ਕਾਰਜ ਅਤੇ ਕਾਰਨ ਦੀ ਵਿਧੀ ਨਾਲ ਜਾਣੇ ਕਿ ਜੀਵਨ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਜਾਂ ਸੰਸਾਰ ਵਿੱਚ ਜੋ ਕੁਝ ਵੀ ਵਾਪਰ ਰਿਹਾ ਹੈ ਉਸ ਦਾ ਕਾਰਨ ਹੈ। ਬਿਨਾਂ ਕਾਰਨ ਤੋਂ ਕੁਝ ਵੀ ਨਹੀਂ ਵਾਪਰ ਸਕਦਾ। ਇਸ ਕਾਰਨ ਅਤੇ ਕਾਰਜ ਦੀ ਵਿਧੀ ਮਤਲਬ ਕਿ ਕੋਜ਼ ਐਂਡ ਇਫੈਕਟ ਦੀ ਥਿਊਰੀ ਨੂੰ ਜਾਣ ਲੈਣਾ ਹੀ ਰਾਈਟ ਅੰਡਰਸਟੈਂਡਿੰਗ ਹੈ। ਸਮਿਅਕ ਦ੍ਰਿਸ਼ਟੀ ਜਾਂ ਸਮਿਅਕ ਨਜ਼ਰ ਹੈ, ਸਹੀ ਸਮਝ ਹੈ। ਤਥਾਗਤ ਭਗਵਾਨ ਬੁੱਧ ਭਿੱਖੂਆਂ ਨੂੰ ਅੱਗੇ ਸਮਝਾਉਂਦੇ ਹਨ, हे ਭਿੱਖੂਓ, ਜਿਹੜਾ ਵੀ ਆਦਮੀ ਗਲਤ ਸਮਝ, ਗਲਤ ਦ੍ਰਿਸ਼ਟੀ ਯਾਨੀ ਕਿ ਰੋਂਗ ਅੰਡਰਸਟੈਂਡਿੰਗ ਰੱਖਦਾ ਹੈ, ਗਲਤ ਸੰਕਲਪ ਰੱਖਦਾ ਹੈ, ਗਲਤ ਵਿਚਾਰ, ਰੋਂਗ ਥੋਟਸ ਰੱਖਦਾ ਹੈ, ਗਲਤ ਬਾਣੀ, ਰੋਂਗ ਸਪੀਚ ਰੱਖਦਾ ਹੈ, ਗਲਤ ਕਰਾਮਾਤ, ਗਲਤ ਕੰਮ, ਰੋਂਗ ਐਕਸ਼ਨ ਰੱਖਦਾ ਹੈ, ਗਲਤ ਕਮਾਈ, ਰੋਂਗ ਲਾਈਵਲੀਹੁੱਡ ਰੱਖਦਾ ਹੈ, ਗਲਤ ਯਤਨ ਕਰਦਾ ਹੈ, ਰੋਂਗ ਐਫਰਟਸ ਰੱਖਦਾ ਹੈ, ਗਲਤ ਜਾਗਰੂਕਤਾ ਰੱਖਦਾ ਹੈ ਯਾਨੀ ਕਿ ਰੋਂਗ ਮਾਈਂਡਫੁਲ ਰੱਖਦਾ ਹੈ, ਗਲਤ ਸਮਾਧੀ ਰੱਖਦਾ ਹੈ ਮਤਲਬ ਕਿ ਰੋਂਗ ਕੌਨਸੈਂਟਰੇਸ਼ਨ ਰੱਖਦਾ ਹੈ। हे ਭਿੱਖੂਓ, ਜਿਸ ਆਦਮੀ ਦਾ ਗਿਆਨ, ਪ੍ਰਗਿਆ ਅਤੇ ਸ਼ਕਤੀ ਗਲਤ ਰਹਿੰਦੀ ਹੈ, ਉਸ ਆਦਮੀ ਦਾ ਹਰ ਇੱਕ ਕੰਮ, ਹਰ ਇੱਕ ਬਚਨ, ਉਸ ਦਾ ਹਰ ਇੱਕ ਯਤਨ, ਉਸ ਦੀ ਹਰ ਇੱਕ ਚੇਤਨਾ, ਉਸ ਦੀ ਹਰ ਇੱਕ ਇੱਛਾ, ਉਸ ਦਾ ਹਰ ਇੱਕ ਇਰਾਦਾ, ਉਸ ਦਾ ਹਰ ਇੱਕ ਖਿਆਲ, ਉਸ ਦੀ ਹਰ ਇੱਕ ਹਰਕਤ, ਇਹ ਸਾਰੀਆਂ ਚੀਜ਼ਾਂ ਉਸ ਨੂੰ ਅਜਿਹੀ ਹਾਲਤ ਵੱਲ ਲੈ ਜਾਂਦੀਆਂ ਹਨ ਜੋ ਕਿ ਦੁਖਦਾਈ ਹੁੰਦੀ ਹੈ, ਨੁਕਸਾਨਦਾਇਕ ਹੁੰਦੀ ਹੈ, ਜੋ ਭੈੜੀ ਹੁੰਦੀ ਹੈ। ਅਜਿਹਾ ਸਭ ਕੁਝ ਕਿਉਂ ਹੋਇਆ? ਕਿਉਂਕਿ ਗਲਤ ਦ੍ਰਿਸ਼ਟੀ, ਗਲਤ ਨਜ਼ਰ ਰੱਖਣ ਨਾਲ, ਰੋਂਗ ਅੰਡਰਸਟੈਂਡਿੰਗ ਹੋਣ ਨਾਲ, ਸਹੀ ਸਮਝ ਨਾ ਹੋਣ ਦੇ ਨਾਲ ਹੋਇਆ। हे ਆਨੰਦ, ਅਸਲ ਭਿੱਖੂ ਉਸ ਨੂੰ ਹੀ ਆਖਦੇ ਹਨ ਜਿਹੜਾ ਭਿੱਖੂ ਸੂਝ-ਬੂਝ ਨਾਲ ਸੰਭਵ ਅਤੇ ਅਸੰਭਵ ਨੂੰ ਜਾਣ ਲੈਂਦਾ ਹੈ, ਆਸਾਨ ਅਤੇ ਮੁਸ਼ਕਲ ਦੇ ਫਰਕ ਨੂੰ ਜਾਣ ਲੈਂਦਾ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅੱਗੇ ਲਿਖਦੇ ਹਨ, ਤਥਾਗਤ ਭਗਵਾਨ ਬੁੱਧ ਅਨੁਸਾਰ ਮੌਤ ਤੋਂ ਬਾਅਦ ਦੇ ਜੀਵਨ ਦੀ ਚਿੰਤਾ ਕਰਨਾ ਬੇਕਾਰ ਹੈ, ਫਜ਼ੂਲ ਹੈ। ਇੱਕ ਸਮੇਂ ਪੰਤੇ ਮਹਾਕਾਸ਼ਪ ਅਤੇ ਤਮ ਸੈਨਾਪਤੀ ਪੰਤੇ ਸਾਰੀਪੁੱਤ ਬਨਾਰਸ ਦੇ ਰਿਸ਼ੀ ਪਤਨ ਦੀ ਹਿਰਨਾ ਦੀ ਗਾਹ ਵਿੱਚ ਠਹਿਰੇ ਹੋਏ ਸਨ। ਪੰਤੇ ਸਾਰੀਪੁੱਤ ਸ਼ਾਮ ਵੇਲੇ ਦੀ ਸਮਾਧੀ ਤੋਂ ਉੱਠ ਕੇ ਪੰਤੇ ਮਹਾਕਾਸ਼ਪ ਪਾਸ ਗਏ। ਬੰਦਨਾ ਕਰਨ ਤੋਂ ਬਾਅਦ ਪੰਤੇ ਮਹਾਕਾਸ਼ਪ ਤੋਂ ਪੁੱਛਿਆ, ਕੀ ਤਥਾਗਤ ਭਗਵਾਨ ਬੁੱਧ ਮਰਨ ਤੋਂ ਬਾਅਦ ਰਹਿਣਗੇ? ਤਦ ਪੰਤੇ ਮਹਾਕਾਸ਼ਪ ਨੇ ਪੰਤੇ ਸਾਰੀਪੁੱਤ ਨੂੰ ਜਵਾਬ ਦਿੱਤਾ ਕਿ ਤਥਾਗਤ ਬੁੱਧ ਨੇ ਇਹ ਕਦੇ ਬਿਆਨ ਨਹੀਂ ਕੀਤਾ ਕਿ ਉਹ ਮਰਨ ਤੋਂ ਬਾਅਦ ਰਹਿੰਦੇ ਹਨ। ਤਾਂ ਕਿ ਤਥਾਗਤ ਭਗਵਾਨ ਬੁੱਧ ਮਰਨ ਤੋਂ ਬਾਅਦ ਨਹੀਂ ਰਹਿੰਦੇ? ਪੰਤੇ ਸਾਰੀਪੁੱਤ ਨੇ ਫਿਰ ਸਵਾਲ ਕੀਤਾ। ਪੰਤੇ ਮਹਾਕਾਸ਼ਪ ਦਾ ਜਵਾਬ ਸੀ, हे ਸਾਰੀਪੁੱਤ, ਤਥਾਗਤ ਭਗਵਾਨ ਬੁੱਧ ਨੇ ਇਹ ਵੀ ਨਹੀਂ ਬਿਆਨ ਕੀਤਾ ਕਿ ਉਹ ਮਰਨ ਤੋਂ ਬਾਅਦ ਨਹੀਂ ਰਹਿਣਗੇ। ਪੰਤੇ ਸਾਰੀਪੁੱਤ ਫਿਰ ਸਵਾਲ ਕਰਦੇ ਹਨ, हे ਪੰਤੇ ਮਹਾਕਾਸ਼ਪ, ਤਥਾਗਤ ਭਗਵਾਨ ਬੁੱਧ ਨੇ ਇਸ ਨੂੰ ਕਿਉਂ ਬਿਆਨ ਨਹੀਂ ਕੀਤਾ? ਤਦ ਪੰਤੇ ਮਹਾਕਾਸ਼ਪ ਜੀ ਨੇ ਜਵਾਬ ਦਿੱਤਾ, ਕਿਹਾ, हे ਸਾਰੀਪੁੱਤ, ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਦੇਣ ਨਾਲ ਮਨੁੱਖ ਦਾ ਕੋਈ ਫਾਇਦਾ ਨਹੀਂ ਹੁੰਦਾ।
ਇਹਨਾਂ ਸਵਾਲਾਂ ਦੇ ਜਵਾਬ ਦੇਣ ਨਾਲ ਵਧੀਆ ਜੀਵਨ ਜੀਉਣ ਵਾਸਤੇ ਕੋਈ ਲਾਭ ਨਹੀਂ ਹੁੰਦਾ। ਤਥਾਗਤ ਭਗਵਾਨ ਬੁੱਧ ਮਰਨ ਤੋਂ ਬਾਅਦ ਰਹਿੰਦੇ ਹਨ ਜਾਂ ਰਹਿੰਦੇ ਨਹੀਂ, ਇਹਨਾਂ ਸਵਾਲਾਂ ਦੇ ਜਵਾਬ ਦੇਣ ਨਾਲ ਪ੍ਰਗਿਆ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਨਾਲ ਨਿਵਾਨ ਦੀ ਜਾਂ ਨਿਰਵਾਣ ਦੀ ਪ੍ਰਾਪਤੀ ਨਹੀਂ ਹੁੰਦੀ। ਇਹੀ ਕਾਰਨ ਹੈ ਤਥਾਗਤ ਭਗਵਾਨ ਬੁੱਧ ਨੇ ਇਹਨਾਂ ਸਵਾਲਾਂ ਦੇ ਜਵਾਬਾਂ ਨੂੰ ਬਿਆਨ ਨਹੀਂ ਕੀਤਾ, ਕਿਉਂਕਿ ਮੌਤ ਤੋਂ ਬਾਅਦ ਦੀ ਜ਼ਿੰਦਗੀ ਦੀ ਚਿੰਤਾ ਕਰਨਾ ਬੇਕਾਰ ਹੈ, ਫਜ਼ੂਲ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਅੱਗੇ ਲਿਖਦੇ ਹਨ, ਰੱਬ ਜਾਂ ਈਸ਼ਵਰ ਨੂੰ ਬੇਨਤੀਆਂ, ਪ੍ਰਾਰਥਨਾਵਾਂ, ਮਿੰਨਤਾਂ ਕਰਨਾ ਫਜ਼ੂਲ ਹੈ। ਇੱਕ ਸਮੇਂ ਤਥਾਗਤ ਭਗਵਾਨ ਬੁੱਧ ਨੇ ਬਾਸੇਠ ਬ੍ਰਾਹਮਣ ਨਾਲ ਗੋਸ਼ਟੀ ਕਰਦਿਆਂ ਕਿਹਾ, ਹੇ ਬਾਸੇਠ, ਜੇ ਇਹ ਜੋ ਚਿਰਵਤੀ ਨਦੀ ਪੂਰੀ ਤਰ੍ਹਾਂ ਕੰਢਿਆਂ ਤੱਕ ਭਰੀ ਹੋਵੇ ਅਤੇ ਇੱਕ ਆਦਮੀ ਜਿਸ ਨੂੰ ਨਦੀ ਦੇ ਦੂਸਰੇ ਕਿਨਾਰੇ ਕੋਈ ਕੰਮ ਹੋਵੇ ਇਸ ਨਦੀ ਨੂੰ ਪਾਰ ਕਰਨਾ ਚਾਹੇ ਅਤੇ ਕਿਨਾਰੇ ਉੱਤੇ ਖੜ੍ਹਾ ਹੋ ਕੇ ਦੂਸਰੇ ਕਿਨਾਰੇ ਨੂੰ ਆਵਾਜ਼ ਦੇਵੇ, ਹੇ ਉੱਧਰਲੇ ਕਿਨਾਰੇ, ਹੇ ਉੱਧਰਲੇ ਕੰਢੇ ਇੱਧਰ ਆ ਜਾ, ਹੇ ਉੱਧਰਲੇ ਕੰਢੇ ਇੱਧਰ ਆ ਜਾ। ਹੇ ਬਾਸੇਠ, ਹੁਣ ਇਹ ਸੋਚੋ ਕਿ ਉਸ ਆਦਮੀ ਦੇ ਬੇਨਤੀ ਕਰਨ ਨਾਲ ਜਾਂ ਰੱਬ ਦੀ ਮਿੰਨਤ ਕਰਨ ਨਾਲ, ਰੱਬ ਦੀ ਪ੍ਰਾਰਥਨਾ ਕਰਨ ਨਾਲ ਜਾਂ ਉਸ ਦੀ ਸਤੁਤੀ ਕਰਨ ਨਾਲ ਉੱਧਰਲਾ ਕੰਢਾ ਇੱਧਰ ਆ ਜਾਵੇਗਾ। ਤਦ ਬਾਸੇਠ ਬ੍ਰਾਹਮਣ ਨੇ ਕਿਹਾ, ਇਹ ਤਥਾਗਤ ਬਿਲਕੁਲ ਨਹੀਂ, ਇਹ ਕਿਵੇਂ ਹੋ ਸਕਦਾ ਹੈ। ਤਦ ਤਥਾਗਤ ਭਗਵਾਨ ਬੁੱਧ ਨੇ ਕਿਹਾ, ਹੇ ਬਾਸੇਠ, ਇਹ ਪੱਕਾ ਹੈ ਕਿ ਅਜਿਹਾ ਹੋ ਹੀ ਨਹੀਂ ਸਕਦਾ। ਇਸ ਕਰਕੇ ਰੱਬ ਨੂੰ ਬੇਨਤੀਆਂ ਕਰਨਾ, ਮਿੰਨਤਾਂ ਕਰਨਾ ਫਜ਼ੂਲ ਹੈ। ਤਥਾਗਤ ਭਗਵਾਨ ਬੁੱਧ ਜੀ ਅੱਗੇ ਸਮਝਾਉਂਦੇ ਹਨ ਕਿ ਆਦਮੀ ਦਾ ਭੋਜਨ ਉਸ ਨੂੰ ਪਵਿੱਤਰ ਜਾਂ ਅਪਵਿੱਤਰ ਨਹੀਂ ਬਣਾਉਂਦਾ। ਇੱਕ ਸਮੇਂ ਇੱਕ ਬ੍ਰਾਹਮਣ ਤਥਾਗਤ ਬੁੱਧ ਪਾਸ ਆਇਆ। ਉਸਨੇ ਸਵਾਲ ਕੀਤਾ, ਕੀ ਭੋਜਨ ਦਾ ਆਦਮੀ ਦੇ ਸਦਾਚਾਰ ਉੱਤੇ ਅਸਰ ਪੈਂਦਾ ਹੈ ਜਾਂ ਨਹੀਂ। ਅੱਗੇ ਫਿਰ ਬ੍ਰਾਹਮਣ ਨੇ ਕਿਹਾ, ਜੌਂ, ਗਿਰੀਆਂ, ਦਾਲਾਂ, ਫਲੀਆਂ ਜਾਂ ਪੌਦਿਆਂ ਦੀਆਂ ਕਰੂੰਬੜਾਂ ਦਾ ਭੋਜਨ ਜੇ ਠੀਕ ਤਰ੍ਹਾਂ ਨਾਲ ਮਿਲੇ ਤਾਂ ਇਸ ਤਰ੍ਹਾਂ ਦੇ ਭੋਜਨ ਨਾਲ ਸਦਾਚਾਰ ਦਾ ਜੀਵਨ ਜਿਉਣ ਵਿੱਚ ਲਾਭ ਹੁੰਦਾ ਹੈ। ਮੁਰਦਾ ਮਾਸ ਖਾਣਾ ਖਰਾਬ ਹੈ, ਗਲਤ ਹੈ। ਇਹ ਤਥਾਗਤ, ਬੇਸ਼ੱਕ ਆਪ ਕਹਿੰਦੇ ਹੋ ਕਿ ਆਪ ਮੁਰਦਾ ਮਾਸ ਨਹੀਂ ਖਾਂਦੇ, ਲੇਕਿਨ ਆਪ ਨੂੰ ਜੋ ਪੰਛੀਆਂ ਦੇ ਮਾਸ ਤੋਂ ਬਣਿਆ ਹੋਇਆ ਇੱਕ ਤੋਂ ਇੱਕ ਵਧੀਆ ਭੋਜਨ ਭਿਖਿਆ ਵਿੱਚ ਮਿਲਦਾ ਹੈ ਤਾਂ ਤੁਸੀਂ ਖਾ ਲੈਂਦੇ ਹੋ। ਮੈਂ ਆਪ ਜੀ ਨੂੰ ਪੁੱਛਦਾ ਹਾਂ ਕਿ ਮੁਰਦਾ ਮਾਸ ਕਿਸ ਨੂੰ ਕਹਿੰਦੇ ਹਨ। ਤਥਾਗਤ ਭਗਵਾਨ ਬੁੱਧ ਜਵਾਬ ਦਿੰਦੇ ਹਨ, ਹੇ ਬ੍ਰਾਹਮਣ, ਜੀਵ ਹਿੰਸਾ ਕਰਨਾ, ਜੀਵ ਹੱਤਿਆ ਕਰਨਾ, ਕਿਸੇ ਨੂੰ ਮਾਰਨਾ, ਕੁੱਟਣਾ, ਚੋਰੀ ਕਰਨਾ, ਵਿਵਚਾਰ ਕਰਨਾ, ਕੁਕਰਮ ਬਲਾਤਕਾਰ ਕਰਨਾ, ਝੂਠ ਬੋਲਣਾ, ਠੱਗੀ ਕਰਨਾ, ਕਿਸੇ ਦਾ ਹੱਕ ਮਾਰਨਾ, ਇਹ ਸਭ ਮੁਰਦਾ ਮਾਸ ਹਨ, ਭੋਜਨ ਮਾਸ ਨਹੀਂ। ਕਾਮ ਭੋਗਾਂ ਪਿੱਛੇ ਪਏ ਰਹਿਣਾ, ਅਪਵਿੱਤਰ ਜੀਵਨ, ਬੈਰ ਵਿਰੋਧ, ਇਹ ਸਭ ਮੁਰਦਾਰ ਮਾਸ ਹਨ, ਮਾਸ ਭੋਜਨ ਨਹੀਂ। ਚੁਗਲਖੋਰੀ, ਬੇਰਹਿਮੀ, ਵਿਸ਼ਵਾਸਘਾਤ, ਬਹੁਤ ਜ਼ਿਆਦਾ ਘਮੰਡ, ਕਮੀਨਾਪਨ, ਕੰਜੂਸਪਨ, ਇਹ ਸਭ ਮੁਰਦਾ ਮਾਸ ਹਨ, ਮਾਸ ਭੋਜਨ ਮੁਰਦਾ ਮਾਸ ਨਹੀਂ। ਕ੍ਰੋਧ, ਚਲਾਕੀ, ਈਰਖਾ, ਹੰਕਾਰ, ਕੁਸੰਗਤ, ਇਹ ਸਭ ਮੁਰਦਾ ਮਾਸ ਹਨ, ਮਾਸ ਭੋਜਨ ਨਹੀਂ। ਨੀਚ ਅਤੇ ਅਪਵਿੱਤਰ ਜੀਵਨ, ਕਿਸੇ ਨੂੰ ਝੂਠ ਬੋਲ ਕੇ ਬਦਨਾਮ ਕਰਨਾ, ਧੋਖਾ ਦੇਣਾ, ਧੋਖੇਬਾਜ਼ ਹੋਣਾ, ਬਦਨਾਮੀ, ਇਹ ਸਭ ਮੁਰਦਾਰ ਮਾਸ ਹਨ, ਮਾਸ ਭੋਜਨ ਨਹੀਂ। ਹੇ ਬ੍ਰਾਹਮਣ, ਜਿਹੜਾ ਮਨੁੱਖ ਸ਼ੱਕੀ ਹੈ, ਮਿੱਥਿਆ ਦ੍ਰਿਸ਼ਟੀ ਵਾਲਾ ਹੈ, ਗਲਤ ਸਮਝ ਵਾਲਾ ਹੈ, ਉਸ ਦੇ ਸ਼ੱਕ ਨੂੰ ਨਾ ਤਾਂ ਮੱਛੀ ਦੇ ਮਾਸ ਤੋਂ ਦੂਰ ਰਹਿਣਾ ਦੂਰ ਕਰ ਸਕਦਾ ਹੈ, ਨਾ ਨੰਗੇ ਰਹਿਣ ਨਾਲ, ਨਾ ਜਟਾਵਾਂ ਰੱਖਣ ਨਾਲ, ਨਾ ਮੁੰਡਨ ਕਰਵਾਉਣ ਨਾਲ, ਨਾ ਹਿਰਨ ਦੀ ਚਮੜੀ ਪਹਿਨਣ ਨਾਲ, ਨਾ ਅਗਨੀ ਪੂਜਾ ਨਾਲ, ਨਾ ਕਠੋਰ ਤਪੱਸਿਆ ਨਾਲ, ਨਾ ਇਸ਼ਨਾਨ ਕਰਨ ਨਾਲ, ਨਾ ਜੱਗ ਵਲੀਆਂ ਹਵਨ ਕਰਨ ਨਾਲ ਉਸ ਦੇ ਸ਼ੱਕ ਨੂੰ ਦੂਰ ਕੀਤਾ ਜਾ ਸਕਦਾ ਹੈ। ਹੇ ਬ੍ਰਾਹਮਣ, ਆਪਣੀਆਂ ਇੰਦਰੀਆਂ ਉੱਤੇ ਕਾਬੂ ਰੱਖੋ, ਆਪਣੇ ਆਪ ਉੱਤੇ ਕਾਬੂ ਰੱਖੋ, ਸੱਚਾਈ ਦੇ ਮਾਰਗ ਉੱਤੇ ਚੱਲੋ, ਦਇਆਵਾਨ ਬਣੋ, ਮੈਤਰੀ ਵਾਲੇ ਬਣੋ। ਸ਼ਾਂਤ ਪੁਰਸ਼ ਸਾਰੇ ਬੰਧਨਾਂ ਨੂੰ ਤੋੜ ਦਿੰਦਾ ਹੈ, ਸਭ ਦੁੱਖਾਂ ਨੂੰ ਜਿੱਤ ਲੈਂਦਾ ਹੈ, ਆਪਣੇ ਆਪ ਨੂੰ ਨਿਰਮਲ ਬਣਾਈ ਰੱਖਦਾ ਹੈ। ਇਸ ਤਰ੍ਹਾਂ ਬ੍ਰਾਹਮਣ ਨੇ ਜਦੋਂ ਤਥਾਗਤ ਭਗਵਾਨ ਬੁੱਧ ਦੇ ਧੰਮ ਉਪਦੇਸ਼ ਸੁਣੇ ਤਾਂ ਆਪਣੇ ਗੋਡਿਆਂ ਭਾਰ ਹੋ ਕੇ ਦੋਨੇ ਹੱਥ ਜੋੜ ਕੇ ਸੀਸ ਨਵਾਇਆ ਅਤੇ ਬੇਨਤੀ ਕੀਤੀ, ਹੇ ਤਥਾਗਤ, ਮੈਨੂੰ ਭਿਖੂ ਦੀ ਦੀਕਸ਼ਾ ਦੇ ਕੇ ਆਪਣੇ ਭਿਖੂ ਸੰਘ ਵਿੱਚ ਸ਼ਾਮਲ ਕਰ ਲਵੋ ਜੀ। ਤਦ ਤਥਾਗਤ ਭਗਵਾਨ ਬੁੱਧ ਨੇ, ਹੇ ਭਿਖਵੇ,
ਕਹਿ ਕੇ ਬ੍ਰਾਹਮਣ ਨੂੰ ਆਪਣੇ ਸੰਘ ਵਿੱਚ ਸ਼ਾਮਲ ਕੀਤਾ। ਸਾਥੀਓ, ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਤਥਾਗਤ ਬੁੱਧ ਸਾਨੂੰ ਸਮਝਾਉਂਦੇ ਹਨ, ਆਦਮੀ ਦਾ ਭੋਜਨ ਉਸ ਨੂੰ ਪਵਿੱਤਰ ਜਾਂ ਅਪਵਿੱਤਰ ਨਹੀਂ ਬਣਾਉਂਦਾ, ਉਸ ਦੇ ਸਰੀਰ, ਮਨ ਅਤੇ ਬਾਣੀ ਦੁਆਰਾ ਕੀਤੇ ਗਏ ਪਾਪ ਕਰਮ ਉਸ ਨੂੰ ਅਪਵਿੱਤਰ ਬਣਾਉਂਦੇ ਹਨ। ਤਥਾਗਤ ਭਗਵਾਨ ਬੁੱਧ ਆਪਣੇ ਉਪਦੇਸ਼ਾਂ ਰਾਹੀਂ ਅੱਗੇ ਸਮਝਾਉਂਦੇ ਹਨ ਕਿ ਭੋਜਨ ਦੀ ਨਹੀਂ, ਪਵਿੱਤਰ ਅਤੇ ਕੁਸ਼ਲ ਕਰਮ, ਸ਼ੁਭ ਕੰਮਾਂ ਦੀ ਮਹੱਤਤਾ ਹੈ। ਇੱਕ ਸਮੇਂ ਆਮਗੰਧ ਨਾਂ ਦਾ ਇੱਕ ਬ੍ਰਾਹਮਣ ਸੰਨਿਆਸੀ ਆਪਣੇ ਚੇਲਿਆਂ ਨਾਲ ਹਿਮਾਲਾ ਦੇ ਪਹਾੜਾਂ ਵਿੱਚ ਰਹਿੰਦਾ ਸੀ। ਉਹ ਮਾਸ, ਅੰਡਾ, ਮੱਛੀ ਨਹੀਂ ਸਨ ਖਾਂਦੇ। ਹਰੇਕ ਸਾਲ ਆਪਣੇ ਆਸ਼ਰਮਾਂ ਤੋਂ ਹੇਠਾਂ ਉਤਰ ਕੇ ਪਿੰਡਾਂ ਬਸਤੀਆਂ ਵਿੱਚ ਭੋਜਨ ਵਸਤੂਆਂ ਵਾਸਤੇ ਆਉਂਦੇ। ਪਿੰਡਾਂ ਦੇ ਲੋਕ ਉਹਨਾਂ ਦੀ ਬਹੁਤ ਸ਼ਰਧਾ ਨਾਲ ਆਓ ਭਗਤ ਕਰਦੇ। 4-4 ਮਹੀਨਿਆਂ ਤੱਕ ਉਸ ਸੰਨਿਆਸੀ ਆਮਗੰਧ ਅਤੇ ਉਸਦੇ ਚੇਲਿਆਂ ਦੀ ਸੇਵਾ ਕਰਦੇ ਸਨ। ਇੱਕ ਵਾਰ ਤਥਾਗਤ ਭਗਵਾਨ ਬੁੱਧ ਵੀ ਆਪਣੇ ਭਿੱਖੂ ਸੰਘ ਸਮੇਤ ਚਾਰਿਕਾ ਕਰਦੇ ਕਰਦੇ ਉਹਨਾਂ ਪਿੰਡਾਂ ਵਿੱਚ ਆਏ ਅਤੇ ਤਥਾਗਤ ਬੁੱਧ ਨੇ ਆਪਣੀ ਕਰੁਣਾਮਈ ਧੰਮ ਬਾਣੀ ਨਾਲ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਧੰਮ ਉਪਦੇਸ਼ ਦਿੱਤੇ। ਤਾਂ ਤਥਾਗਤ ਭਗਵਾਨ ਬੁੱਧ ਦੇ ਧੰਮ ਉਪਦੇਸ਼ ਸੁਣ ਕੇ ਪਿੰਡਾਂ ਦੇ ਸਾਰੇ ਲੋਕ ਤਥਾਗਤ ਭਗਵਾਨ ਬੁੱਧ ਦੇ ਉਪਾਸਕ ਬਣ ਗਏ। ਕੁਝ ਸਮੇਂ ਬਾਅਦ ਹਮੇਸ਼ਾ ਦੀ ਤਰ੍ਹਾਂ ਸੰਨਿਆਸੀ ਆਮਗੰਧ ਫਿਰ ਆਪਣੇ ਚੇਲਿਆਂ ਦੇ ਨਾਲ ਹਿਮਾਲਾ ਦੇ ਪਹਾੜਾਂ ਤੋਂ ਉਤਰ ਕੇ ਉਹਨਾਂ ਪਿੰਡਾਂ ਵਿੱਚ ਆਇਆ ਤਾਂ ਪਿੰਡਾਂ ਦੇ ਲੋਕਾਂ ਨੇ ਪਹਿਲਾਂ ਦੀ ਤਰ੍ਹਾਂ ਉਸ ਦੀ ਆਓ ਭਗਤ ਸੇਵਾ ਨਾ ਕੀਤੀ ਤਾਂ ਬਹੁਤ ਹੀ ਨਿਰਾਸ਼ ਹੋਇਆ ਅਤੇ ਲੋਕਾਂ ਨੇ ਦੱਸਿਆ, ਹੁਣ ਅਸੀਂ ਤਥਾਗਤ ਭਗਵਾਨ ਬੁੱਧ ਦੇ ਉਪਾਸਕ ਬਣ ਗਏ ਹਾਂ। ਜਦੋਂ ਆਮਗੰਧ ਨੂੰ ਪਤਾ ਲੱਗਾ ਕਿ ਤਥਾਗਤ ਭਗਵਾਨ ਬੁੱਧ ਨੇ ਆਪਣੇ ਧੰਮ ਉਪਦੇਸ਼ਾਂ ਵਿੱਚ ਲੋਕਾਂ ਨੂੰ ਮਾਸ, ਅੰਡਾ, ਮੱਛੀ ਦੇ ਭੋਜਨ ਤੋਂ ਨਹੀਂ ਰੋਕਿਆ, ਇਸ ਤਰ੍ਹਾਂ ਗੁੱਸੇ ਦੇ ਨਾਲ ਆਮਗੰਧ ਸੰਨਿਆਸੀ ਸਰਾਵਸਤੀ ਵਿਖੇ ਜੇਤਵਾਨ ਬੁੱਧ ਵਿਹਾਰ ਗਿਆ, ਜਿੱਥੇ ਤਥਾਗਤ ਭਗਵਾਨ ਬੁੱਧ ਠਹਿਰੇ ਹੋਏ ਸਨ। ਤਥਾਗਤ ਬੁੱਧ ਨੂੰ ਵੰਦਨਾ ਕੀਤੀ ਅਤੇ ਕਿਹਾ, ਇੱਕ ਪਾਸੇ ਬੈਠ ਕੇ ਬੋਲਿਆ, ਜੌਂ, ਫਲੀਆਂ, ਫਲ, ਖਾਣਯੋਗ ਪੱਤਿਆਂ ਦੀਆਂ ਕਰੂੰਬਲਾਂ, ਜੜ੍ਹਾਂ, ਸਬਜ਼ੀਆਂ, ਇਹਨਾਂ ਚੀਜ਼ਾਂ ਨੂੰ ਯੋਗ ਢੰਗ ਨਾਲ ਪ੍ਰਾਪਤ ਕਰਕੇ ਜੋ ਖਾਂਦਾ ਹੈ ਉਹ ਹੀ ਪਵਿੱਤਰ ਹੈ। ਉਹ ਦੁਨਿਆਵੀ ਸੁੱਖ ਭੋਗਾਂ ਵਾਸਤੇ ਝੂਠ ਨਹੀਂ ਬੋਲਦਾ। ਅਤੇ ਤਥਾਗਤ ਭਗਵਾਨ ਬੁੱਧ ਨੂੰ ਕਹਿਣ ਲੱਗਾ, ਤੁਸੀਂ ਪਿੰਡ ਦੇ ਲੋਕਾਂ ਨੂੰ ਮਾਸ, ਅੰਡਾ, ਮੱਛੀ ਖਾਣ ਤੋਂ ਰੋਕਿਆ ਨਹੀਂ, ਜੋ ਆਮਗੰਧ ਹੈ, ਅਪਵਿੱਤਰ ਹੈ, ਬੁਰਾ ਹੈ। ਆਪ ਜੋ ਭਿੱਖਿਆ ਵਿੱਚ ਦੂਜਿਆਂ ਵੱਲੋਂ ਤਿਆਰ ਕੀਤੇ ਗਏ ਵਧੀਆ ਮਾਸ ਵਾਲੇ ਭੋਜਨ ਖਾਂਦੇ ਹੋ, ਜੋ ਇਸ ਤਰ੍ਹਾਂ ਮਾਸ, ਮੱਛੀ ਵਾਲੇ ਚਾਵਲ ਖਾਂਦਾ ਹੈ, ਉਹ ਆਮਗੰਧ ਖਾਂਦਾ ਹੈ, ਉਹ ਅਪਵਿੱਤਰ ਹੈ। ਪਰ ਆਪ ਮਾਸ ਨਾਲ ਪੱਕੇ ਹੋਏ ਭੋਜਨ ਜੋ ਆਪ ਨੂੰ ਭਿੱਖਿਆ ਵਿੱਚ ਮਿਲਦਾ ਹੈ ਖਾਂਦੇ ਹੋ ਅਤੇ ਕਹਿੰਦੇ ਵੀ ਹੋ, ਮੇਰੇ ਉੱਤੇ ਆਮਗੰਧ ਦਾ ਦੋਸ਼ ਲਾਗੂ ਨਹੀਂ ਹੁੰਦਾ। ਕੀ ਮਿਹਰਬਾਨੀ ਕਰਕੇ ਸਮਝਾਓਗੇ ਕਿ ਆਮਗੰਧ ਕਿਸ ਨੂੰ ਕਹਿੰਦੇ ਹੋ? ਤਦ ਤਥਾਗਤ ਭਗਵਾਨ ਬੁੱਧ ਨੇ ਜਵਾਬ ਦਿੱਤਾ, ਜੀਵ ਹਿੰਸਾ ਕਰਨਾ, ਚੋਰੀ ਕਰਨਾ, ਝੂਠ ਬੋਲਣਾ, ਠੱਗਣਾ, ਧੋਖਾ ਕਰਨਾ, ਵਿਵਚਾਰ ਕਰਨਾ, ਕੁਕਰਮ ਕਰਨਾ ਆਮਗੰਧ ਹੈ, ਅਪਵਿੱਤਰ ਹੈ। ਮਾਸ ਖਾਣਾ ਆਮਗੰਧ ਨਹੀਂ, ਅਪਵਿੱਤਰ ਨਹੀਂ। ਇੰਦਰੀਆਂ ਦੇ ਵਿਸ਼ਿਆਂ ਵਿੱਚ ਬੇਕਾਬੂ ਹੋਣਾ, ਗਲਤ ਨਜ਼ਰੀਏ ਵਾਲਾ ਹੋਣਾ, ਪਾਪ ਕਰਮ ਕਰਨ ਦੇ ਨਾਲ ਸੰਬੰਧ ਰੱਖਣਾ ਆਮਗੰਧ ਹੈ, ਅਪਵਿੱਤਰ ਹੈ। ਮਾਸ, ਅੰਡਾ, ਮੱਛੀ ਖਾਣਾ ਆਮਗੰਧ ਨਹੀਂ ਹੈ। ਕ੍ਰੋਧ, ਘਮੰਡ, ਵਿਰੋਧੀ ਭਾਵ, ਉਜੜਪੁਣਾ, ਈਰਖਾ, ਹੰਕਾਰ, ਐਵੇਂ ਸ਼ੇਖੀਆਂ ਮਾਰਨਾ, ਬੁਰੇ ਲੋਕਾਂ ਦੀ ਸੰਗਤ ਕਰਨਾ, ਇਹ ਆਮਗੰਧ ਹੈ, ਬੁਰਾ ਹੈ, ਅਪਵਿੱਤਰ ਹੈ। ਮਾਸ ਖਾਣਾ ਆਮਗੰਧ ਨਹੀਂ ਹੈ। ਦੁਰਾਚਰਣ, ਉਧਾਰ ਲਿਆ ਹੋਇਆ ਵਾਪਸ ਨਹੀਂ ਕਰਨਾ, ਦੂਸਰਿਆਂ ਦਾ ਅਪਯਸ਼ ਫੈਲਾਉਣਾ, ਬਹਾਨੇਬਾਜ਼ੀ ਕਰਨਾ, ਇਹ ਆਮਗੰਧ ਹੈ, ਅਪਵਿੱਤਰ ਹੈ, ਬੁਰਾ ਹੈ। ਮਾਸ ਖਾਣਾ ਆਮਗੰਧ ਨਹੀਂ ਹੈ। ਦੂਜਿਆਂ ਨੂੰ ਦੁੱਖ ਪਹੁੰਚਾਉਣਾ, ਨਿਰਦਈ ਹੋਣਾ, ਦੂਜਿਆਂ ਦੀਆਂ ਚੀਜ਼ਾਂ ਉੱਤੇ ਹੱਕ ਜਮਾਉਣਾ, ਚਰਿੱਤਰਹੀਣ ਹੋਣਾ, ਦੂਜਿਆਂ ਦੇ ਆਦਰ ਭਾਵਨਾ ਤੋਂ ਰਹਿਤ ਹੋਣਾ, ਜਾਣੀ ਕਿ ਡਿਸਰਿਸਪੈਕਟਫੁਲ ਹੋਣਾ, ਇਹ ਆਮਗੰਧ ਹੈ, ਅਪਵਿੱਤਰ ਹੈ। ਮਾਸ ਖਾਣਾ ਆਮਗੰਧ ਨਹੀਂ। ਲੋਭ ਅਤੇ ਦਵੇਸ਼ ਭਾਵਨਾ ਦੇ ਨਾਲ ਜੀਵਾਂ ਉੱਤੇ ਹਮਲਾ ਕਰਨਾ, ਮਨ ਵਿੱਚ ਹਮੇਸ਼ਾ ਕੁਕਰਮ ਕਰਨ ਦੇ ਵਿਚਾਰ ਰੱਖਣਾ, ਇਹ ਆਮਗੰਧ ਹੈ। ਮੱਛੀ, ਅੰਡਾ, ਮਾਸ ਖਾਣ ਤੋਂ ਹਟੇ ਰਹਿਣ ਨਾਲ ਆਦਮੀ ਸ਼ੁੱਧ ਨਹੀਂ ਹੁੰਦਾ। ਨਾ ਨੰਗੇ ਰਹਿਣ ਨਾਲ, ਨਾ ਜਟਾਵਾਂ ਰੱਖਣ ਨਾਲ, ਨਾ ਮੁੰਡਨ ਕਰਵਾਉਣ ਨਾਲ, ਨਾ ਸਵਾਹ ਭਭੂਤੀ ਮਲਣ ਨਾਲ, ਨਾ ਅਗਨੀ ਪੂਜਾ ਕਰਨ ਨਾਲ,
ਨਾ ਤਰ੍ਹਾਂ ਤਰ੍ਹਾਂ ਦੀਆਂ ਕਠੋਰ ਤਪੱਸਿਆ ਕਰਨ ਨਾਲ, ਨਾ ਹੀ ਮੰਤਰ ਜਾਪ ਕਰਨ ਨਾਲ, ਨਾ ਪੂਜਾ ਪਾਠ ਕਰਨ ਨਾਲ, ਨਾ ਹੀ ਜਗ ਵਲੀਆਂ ਹਵਨ ਕਰਨ ਨਾਲ ਮਨੁੱਖ ਪਵਿੱਤਰ ਅਤੇ ਸ਼ੁੱਧ ਹੁੰਦਾ ਹੈ। ਆਪਣੇ ਕੁਸ਼ਲ ਕੰਮਾਂ ਨਾਲ ਆਦਮੀ ਪਵਿੱਤਰ ਹੁੰਦਾ ਹੈ। ਸਰੀਰ, ਬਾਣੀ ਅਤੇ ਮਨ ਦੇ ਸਦਾਚਾਰਨ ਨਾਲ ਮਨੁੱਖ ਪਵਿੱਤਰ ਹੁੰਦਾ ਹੈ, ਸ਼ੁੱਧ ਹੁੰਦਾ ਹੈ। ਜੋ ਇੰਦਰੀਆਂ ਨੂੰ ਕਾਬੂ ਵਿੱਚ ਰੱਖਣ ਵਾਲਾ ਹੈ, ਜੋ ਸੱਚੇ ਧੰਮ ਮਾਰਗ ਉੱਤੇ ਚੱਲਦਾ ਹੈ, ਜਿਸ ਨੂੰ ਸ਼ੀਲਾਂ ਦਾ ਪਾਲਣ ਕਰਨ ਵਿੱਚ ਆਨੰਦ ਮਹਿਸੂਸ ਹੁੰਦਾ ਹੈ, ਜਿਸ ਨੇ ਲਾਲਸਾ, ਰਾਗ, ਦਵੇਸ਼, ਮੋਹ, ਤ੍ਰਿਸ਼ਨਾਵਾਂ ਨੂੰ ਤਿਆਗ ਦਿੱਤਾ ਹੈ, ਉਹ ਹੀ ਪਵਿੱਤਰ ਹੈ, ਨਿਰਮਲ ਹੈ। ਉਹ ਸਾਰੇ ਦੁੱਖਾਂ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਸਰੀਰ, ਬਾਣੀ ਅਤੇ ਮਨ ਦੁਆਰਾ ਕੀਤੇ ਗਏ ਪਾਪ ਕਰਮ ਹੀ ਆਮ ਗੰਧ ਹੈ, ਬੁਰਾ ਹੈ, ਅਪਵਿੱਤਰ ਹੈ। ਮਾਸ, ਆਂਡਾ, ਮੱਛੀ ਖਾਣਾ ਆਮ ਗੰਧ ਨਹੀਂ। ਇਸ ਤਰ੍ਹਾਂ ਜਦੋਂ ਉਸ ਬ੍ਰਾਹਮਣ ਸੰਨਿਆਸੀ ਨੇ ਤਥਾਗਤ ਭਗਵਾਨ ਬੁੱਧ ਦੇ ਉਪਦੇਸ਼ ਸੁਣੇ ਤਾਂ ਬੋਲ ਉੱਠਿਆ, ਅਨੂਪਮ ਹੋ ਤਥਾਗਤ, ਅਨੂਪਮ ਹੋ ਤਥਾਗਤ, ਅਨੂਪਮ ਹੋ ਤਥਾਗਤ। ਆਪਣੇ ਗੋਡਿਆਂ ਭਾਰ ਹੋ ਕੇ ਝੁਕਿਆ, ਸ਼ੀਸ਼ ਨਵਾ ਕੇ ਦੋਨੇ ਹੱਥ ਜੋੜ ਕੇ ਤਥਾਗਤ ਭਗਵਾਨ ਬੁੱਧ ਨੂੰ ਬੇਨਤੀ ਕੀਤੀ, ਇਹ ਤਥਾਗਤ, ਮਿਹਰਬਾਨੀ ਕਰਕੇ ਮੈਨੂੰ ਭਿੱਖੂ ਦੀ ਦੀਕਸ਼ਾ ਦੇ ਕੇ ਆਪਣੇ ਭਿੱਖੂ ਸੰਘ ਵਿੱਚ ਸ਼ਾਮਲ ਕਰ ਲਵੋ ਜੀ। ਤਥਾਗਤ ਭਗਵਾਨ ਬੁੱਧ ਨੇ ਉਸ ਸੰਨਿਆਸੀ ਨੂੰ ਇਹ ਭਿੱਖਵੇ ਕਹਿ ਕੇ ਆਪਣੇ ਸੰਘ ਵਿੱਚ ਸ਼ਾਮਲ ਕੀਤਾ। ਉਸ ਦੇ ਨਾਲ ਹੀ ਉਸ ਦੇ ਸਾਰੇ ਚੇਲੇ ਤਥਾਗਤ ਭਗਵਾਨ ਬੁੱਧ ਦੇ ਭਿੱਖੂ ਸੰਘ ਵਿੱਚ ਸ਼ਾਮਲ ਹੋ ਗਏ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਤਥਾਗਤ ਭਗਵਾਨ ਬੁੱਧ ਸਾਨੂੰ ਸਮਝਾਉਂਦੇ ਹਨ, ਭੋਜਨ ਦੀ ਮਹੱਤਤਾ ਨਹੀਂ, ਮਹੱਤਤਾ ਪਵਿੱਤਰ ਕੰਮਾਂ ਦੀ, ਕੁਸ਼ਲ ਕੰਮਾਂ ਦੀ ਹੈ। ਭੋਜਨ ਮਨੁੱਖ ਨੂੰ ਪਵਿੱਤਰ ਨਹੀਂ ਬਣਾਉਂਦਾ। ਉਸ ਦੇ ਸ਼ੁਭ ਕਰਮ, ਕੁਸ਼ਲ ਕਰਮ ਅਤੇ ਨੈਤਿਕਤਾ ਦਾ ਜੀਵਨ ਮਨੁੱਖ ਨੂੰ ਪਵਿੱਤਰ ਬਣਾਉਂਦਾ ਹੈ। ਸਰੀਰ, ਬਾਣੀ ਅਤੇ ਮਨ ਦੀ ਪਵਿੱਤਰਤਾ ਬਣਾਈ ਰੱਖਣਾ ਹੀ ਧੰਮ ਹੈ। ਨੈਤਿਕਤਾ ਦਾ ਜੀਵਨ ਹੀ ਧੰਮ ਹੈ। ਸਾਥੀਓ, ਇਹ ਜੋ ਵਿਚਾਰ ਆਪ ਜੀ ਦੇ ਨਾਲ ਸਾਂਝੇ ਕੀਤੇ ਹਨ, ਇਹ ਸਾਰੇ ਪਰਮ ਪੂਜਯ ਬੋਧੀ ਸਤਵ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੁਆਰਾ ਲਿਖੇ ਗਏ ਧੰਮ ਗ੍ਰੰਥ ਬੁੱਧ ਅਤੇ ਉਹਨਾਂ ਦਾ ਧੰਮ ਵਿੱਚੋਂ ਲਏ ਗਏ ਹਨ। ਆਓ ਇਸ ਧੰਮ ਗ੍ਰੰਥ ਬੁੱਧ ਅਤੇ ਉਹਨਾਂ ਦਾ ਧੰਮ ਨੂੰ ਪੜ੍ਹੀਏ, ਪੜ੍ਹ ਕੇ ਜਾਣੀਏ, ਜਾਣ ਕੇ ਸਮਝੀਏ ਅਤੇ ਸਮਝ ਕੇ ਬੁੱਧ ਧੰਮ ਅਪਣਾਈਏ, ਧੰਮ ਏਕਤਾ ਬਣਾਈਏ, ਧੰਮ ਦੀ ਤਾਕਤ ਬਣਾਈਏ। ਧੰਮ ਦੀ ਏਕਤਾ ਅਤੇ ਧੰਮ ਦੀ ਤਾਕਤ ਦੇ ਨਾਲ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸੁਪਨਿਆਂ ਦਾ ਪ੍ਰਬੁੱਧ ਭਾਰਤ ਬਣਾਈਏ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਬਸੇ, ਰਵਿਦਾਸ ਰਹੇ ਪ੍ਰਸੰਨ, ਬੇਗਮਪੁਰਾ ਰਾਜ ਸਥਾਪਿਤ ਕਰੀਏ। 2021 ਦੀ ਜਨਗਣਨਾ ਵਿੱਚ ਆਪਣਾ ਧਰਮ ਬੁੱਧ ਧਰਮ ਲਿਖਾਈਏ ਅਤੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ 2021 ਦੀ ਜਨਗਣਨਾ ਦੇ ਫਾਰਮਾਂ ਵਿੱਚ ਧਰਮ ਦੇ ਖਾਨੇ ਵਿੱਚ ਪੱਕੀ ਸਿਆਹੀ ਦੇ ਨਾਲ ਬੁੱਧ ਧਰਮ ਲਿਖਣ ਲਈ ਪ੍ਰੇਰਿਤ ਕਰੀਏ। ਆਪ ਸਭ ਸਤਿਕਾਰਯੋਗ ਸਾਥੀਆਂ, ਭੈਣਾਂ, ਭਰਾਵਾਂ, ਮਾਤਾਵਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾਏ, ਨਮੋ ਧੰਮਾਏ, ਨਮੋ ਸੰਘਾਏ, ਜੈ ਭੀਮ, ਜੈ ਪ੍ਰਬੁੱਧ ਭਾਰਤ, ਭਵਤੁ ਸਭ ਮੰਗਲੰ।